ਅਸੀਂ ਆਪਣੀ ਜਿਹੜੀਆਂ ਵੂਮਨ ਨੇ ਉਹਨਾਂ ਨੂੰ ਪ੍ਰੋਪਰ ਥਾਂ ਦਿੱਤੀ ਹੁੰਦੀ ਜਿਹੜੀ ਕਿ ਸਾਡੇ ਗੁਰਬਾਣੀ ਵਿੱਚ ਆ, ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਆ ਦੇਣ ਲਈ, ਤਾਂ ਹੋ ਸਕਦਾ ਕਿ ਸਾਡੀ ਹਾਲਾਤ ਐਡੇ ਅੱਜ ਇੱਦਾਂ ਨਾ ਹੁੰਦੇ। ਔਰ ਮਨੂ ਸਮ੍ਰਿਤੀ ਵਿੱਚ ਤਾਂ ਔਰਤ ਨੂੰ ਇੱਕ ਪੈਰ ਦੀ ਜੁੱਤੀ ਕਹਿ ਕੇ ਪੁਕਾਰਿਆ ਗਿਆ ਆ, ਰਾਈਟ, ਉਹਦਾ ਕੋਈ ਰਾਈਟਸ ਨਹੀਂ ਗੇ। ਕਿ ਜਿਹੜਾ ਕਿਸਾਨ ਮੋਰਚਾ ਆ ਸ਼ੁਰੂ ਤੋਂ ਹੀ ਉਹਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਬੜਾ ਧੜੱਲੇਦਾਰ ਔਰ ਲੀਡਿੰਗ ਰੋਲ ਲਿਆ ਜੀ। ਉਸ ਦੀ ਮਿਸਾਲ ਇਹ ਆ ਕਿ ਜਿਹੜਾ ਟਾਈਮ ਮੈਗਜ਼ੀਨ ਆ ਉਹਦੇ ਫਰੰਟ ਪੇਜ ਦੇ ਉੱਤੇ ਜਿਹੜੀਆਂ ਪੰਜਾਬ ਦੀਆਂ ਔਰਤਾਂ ਨੇ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ ਉਹਨਾਂ ਦੀ ਐਤਕੀ ਫੋਟੋ ਹੈ। ਔਰ ਉਹਦੇ ਵਿੱਚ ਜਿਹੜਾ ਆਰਟੀਕਲ ਆ ਸਾਰਾ ਉਹਦੇ 'ਚ ਇਟਸ ਵੈਰੀ ਸਕੇਥਿੰਗ ਆਰਟੀਕਲ, ਵੀ ਪੂਰੀ ਉਹਨਾਂ ਨੇ ਖੋਲ੍ਹ ਕੇ ਐਕਸਪੋਜ਼ ਕੀਤਾ ਹੋਇਆ ਸਾਰਾ ਜਿਹੜਾ BJP ਗੌਰਮੈਂਟ ਨੂੰ। ਜੇ ਵੂਮਨ ਸਟਰੋਂਗ ਹੋਣਗੀਆਂ ਤਾਂ ਕਿਸੇ ਸੱਸ ਦੀ ਇਹ ਹਿੰਮਤ ਨਹੀਂ, ਕਿਸੇ ਆਦਮੀ ਦੀ ਇਹ ਹਿੰਮਤ ਨਹੀਂ ਵੀ ਉਹ ਕਵੇ ਵੀ ਮੈਨੂੰ ਕੁੜੀ ਨਹੀਂ ਚਾਹੀਦੀ। ਦੇਖੋ ਜਿਹੜੀ ਮੋਦੀ ਸਰਕਾਰ ਆ ਉਹਨੇ ਜਿਹੜੀ ਢੀਠਤਾ ਵਾਲੀ ਤਾਂ ਕੋਈ ਕਸਰ ਛੱਡੀ ਨਹੀਂ। ਇੱਕ ਅਪਡੇਟ ਸਾਨੂੰ ਜ਼ਰੂਰ ਚਾਹੀਦੀ ਹੈ, ਉਹ ਅਮਰੀਕਾ ਦੇ ਜਿਹੜਾ ਸਟਿਮੂਲਸ ਪੈਕੇਜ ਜਿਹੜਾ 1.9 ਟ੍ਰਿਲੀਅਨ ਜਿਹੜਾ ਡਾਲਰਸ ਦਾ ਸਟਿਮੂਲਸ ਪੈਕੇਜ ਹੈ, ਉਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਪ੍ਰੋਗਰਾਮ ਮੇਰਾ ਅਮਰੀਕਾ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਮਨਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਦਾ ਪ੍ਰੋਗਰਾਮ ਖਾਸ ਹੈ ਕਿਉਂਕਿ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੰਟਰਨੈਸ਼ਨਲ ਵਿਮਨਸ ਡੇ ਸੈਲੀਬ੍ਰੇਟ ਕਰ ਰਹੇ ਹਾਂ ਔਰ ਉਸ ਦੇ ਬਾਰੇ ਹੀ ਚਰਚਾ ਕਰਾਂਗੇ। ਮਾਰਚ 8 ਨੂੰ ਇੰਟਰਨੈਸ਼ਨਲ ਵਿਮਨਸ ਡੇ ਰੈਕਗਨਾਈਜ਼ ਕੀਤਾ ਗਿਆ ਸੀ अर्ਲੀ 1900s ਦੇ ਵਿੱਚ, ਜਦੋਂ ਔਰਤਾਂ ਨੇ ਵੋਟਿੰਗ ਰਾਈਟਸ, ਜੈਂਡਰ ਇਕੁਐਲਿਟੀ ਦੇ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਔਰ ਜਦੋਂ ਇੰਡਸਟਰੀਅਲਾਈਜੇਸ਼ਨ ਆਈ। ਖੈਰ ਜਦੋਂ अर्ਲੀ 1900s ਦੇ ਵਿੱਚ ਰੈਕਗਨਾਈਜ਼ ਤਾਂ ਇੱਥੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਡੀ ਕੌਮ ਅਸੀਂ ਤਾਂ ਸਾਡੇ ਤਾਂ ਗੁਰੂਆਂ ਨੇ 500 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਔਰ ਔਰਤ ਦੀ ਜਿਹੜੀ ਬਰਾਬਰੀ, ਔਰਤ ਨੂੰ ਜਿਹੜੀ ਬਰਾਬਰੀ ਮਿਲਣੀ ਚਾਹੀਦੀ ਹੈ, ਜਿਹੜਾ ਸਟੇਟਸ ਮਿਲਣਾ ਚਾਹੀਦਾ ਹੈ, ਉਹ ਉਸ ਵੇਲੇ ਹੀ ਸਾਨੂੰ ਦੇ ਦਿੱਤਾ ਸੀਗਾ ਵੀ ਇਕੁਅਲ ਸਟੇਟਸ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਇਹ ਕਹਿ ਕੇ ਗੁਰੂ ਸਾਹਿਬ ਨੇ ਜਦੋਂ ਕਿਹਾ ਸੀ, ਗੁਰੂ ਨਾਨਕ ਦੇਵ ਜੀ ਨੇ, ਕਿ ਸੌ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸੋ ਸਾਨੂੰ ਤਾਂ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਕੌਮ ਦੇ ਵਾਰਿਸ ਹਾਂ, ਅਸੀਂ ਉਸ ਗੁਰੂ ਦੇ ਵਾਰਿਸ ਹਾਂ ਔਰ ਵਾਕਈ ਇਟਸ ਵੈਰੀ ਇਨਕ੍ਰੈਡੀਬਲ। ਪਰ ਅੱਜ ਦੇ ਦਿਨ ਸਾਨੂੰ ਇਹ ਹਿਸਟਰੀ ਯਾਦ ਕਰਨੀ ਵੀ ਜ਼ਰੂਰੀ ਹੈ ਕਿ ਆਫਟਰ ਆਲ ਅਸੀਂ ਕਿੰਨਾ ਕੁ ਉਤਰੇ ਹਾਂ ਸਹੀ ਇਸ ਗੁਰੂ ਸਾਹਿਬ ਦੀ ਇਸ ਗੁਰਬਾਣੀ ਦੇ ਜਿਹੜੀ ਤੁਕਾਂ ਦੇ ਉੱਤੇ ਜਾਂ ਇਸ ਗੱਲ ਦੇ ਉੱਤੇ। ਇਹਦੇ ਬਾਰੇ ਜਾਣਾਂਗੇ ਔਰ ਚਰਚਾ ਕਰਾਂਗੇ ਅੱਜ ਸਰਦਾਰ ਯਾਦਵਿੰਦਰ ਸਿੰਘ ਹੋਣੀ ਦੇ ਨਾਲ। ਆਓ ਸਵਾਗਤ ਕਰਦੇ ਹਾਂ ਯਾਦਵਿੰਦਰ ਜੀ ਦਾ। ਸਤਿ ਸ਼੍ਰੀ ਅਕਾਲ ਯਾਦਵਿੰਦਰ ਜੀ ਤੇ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਔਰ ਸਵਾਗਤ ਹੈ ਤੁਹਾਡਾ ਇਸ ਸ਼ੋਅ ਦੇ ਵਿੱਚ। ਤੇ ਯਾਦਵਿੰਦਰ ਜੀ, ਜੇ ਇੰਟਰਨੈਸ਼ਨਲ ਵਿਮਨਸ ਡੇ ਦੀ ਗੱਲ ਕਰੀਏ, ਜਿਸ ਤਰ੍ਹਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਕਿ 8 ਮਾਰਚ ਨੂੰ ਅਸੀਂ ਸੈਲੀਬ੍ਰੇਟ ਕਰਦੇ ਆਏ ਹਾਂ, ਥੋੜਾ ਜਿਹਾ ਝਾਤ ਸਾਨੂੰ ਸਾਡੇ ਇਸ ਦੇ ਇਤਿਹਾਸ ਬਾਰੇ ਪਾਓ, ਸਾਡੇ ਦਰਸ਼ਕਾਂ ਤੱਕ ਦੱਸੋ ਕਿ ਕੀ ਇੰਪੋਰਟੈਂਸ ਹੈ ਇੰਟਰਨੈਸ਼ਨਲ ਵਿਮਨਸ ਡੇ ਦੀ। ਹਾਂਜੀ, ਜਿਵੇਂ ਬਾਕੀ ਵੀ ਜਿੰਨੇ ਵੀ ਇਤਿਹਾਸਕ ਦਿਨ ਮਨਾਏ ਜਾਂਦੇ ਨੇ ਜੀ, ਉਹ ਜੇ ਉਹਨਾਂ ਦਾ ਸਾਰਿਆਂ ਦਾ ਤੁਸੀਂ ਜੇ ਪਿਛੋਕੜ ਫੋਲੋਗੇ ਨਾ ਤੇ ਉਹਦੇ ਪਿੱਛੇ ਉਹਨਾਂ ਦੇ ਮਨਾਉਣ ਦਾ ਰੀਜ਼ਨ ਆ ਕਿ ਲੋਕਾਂ ਨੇ ਉਸ ਡੇ ਨੂੰ ਐਸਟੈਬਲਿਸ਼ ਕਰਨ ਲਈ ਮਨਾਉਣ ਵਾਸਤੇ ਸਟਰਗਲ ਕੀਤੀ ਹੋਈ ਆ ਜੀ। ਜਿਹੜੀ ਜੈਂਡਰ ਡਿਸਕ੍ਰਿਮੀਨੇਸ਼ਨ ਆ, ਜਿਹਨੂੰ ਆਪਾਂ ਲਿੰਗ ਬੇਸਡ ਡਿਸਕ੍ਰਿਮੀਨੇਸ਼ਨ ਜਾਂ ਕਹਿੰਦੇ ਆ, ਜਿਹੜਾ ਵਿਤਕਰਾ ਆ, ਉਹ ਤੁਹਾਨੂੰ ਪਤਾ ਜਿਵੇਂ ਸਦੀਆਂ ਪੁਰਾਣਾ ਆ, ਖਾਸ ਕਰਕੇ ਜਿਹੜੀਆਂ ਵੂਮਨਸ ਦੇ ਨਾਲ, ਲੇਡੀਜ਼ ਦੇ ਨਾਲ। ਔਰ ਇਹ ਜਿਹੜਾ ਓਬਵੀਅਸਲੀ ਜਿਹੜੀ ਵੈਸਟਰਨ ਸੁਸਾਇਟੀ ਸੀਗੀ, ਇਹਦੇ ਵਿੱਚ ਜਿਹੜੀ ਲੇਡੀ ਸੀਗੀ ਉਹਨਾਂ ਨੂੰ ਵੋਟ ਪਾਉਣ ਦੇ ਅਧਿਕਾਰ ਨਹੀਂ ਸੀ, ਉਹਨਾਂ ਨੂੰ ਬਰਾਬਰ ਜਿਹੜੇ ਕੰਮ ਕਰਨ ਦੇ ਅਧਿਕਾਰ ਨਹੀਂ ਸੀ ਉਹਨਾਂ ਦਾ ਵੀ। ਜੇ ਤੁਸੀਂ 50s ਤੋਂ ਪਹਿਲਾਂ ਦੀਆਂ ਫੋਟੋਜ਼ ਦੇਖੋਗੇ ਨਾ ਇੱਥੇ ਜੀ, ਤਾਂ ਜਿਹੜੀਆਂ ਔਰਤਾਂ ਨੇ ਉਹ ਤੁਸੀਂ ਉਹਨੂੰ ਬੜੇ ਟ੍ਰੈਡੀਸ਼ਨਲ ਗਾਰਬ ਦੇ ਵਿੱਚ ਦੇਖੋਗੇ। ਉਹਨਾਂ ਨੂੰ ਤੁਸੀਂ ਬਿਲਕੁਲ ਜਿਵੇਂ ਆਪਣੇ ਇੰਡੀਆ ਸਬ ਕੰਟੀਨੈਂਟ ਦੇ ਵਿੱਚ ਤੁਸੀਂ ਦੇਖਦੇ ਆ ਔਰਤਾਂ ਨੂੰ। ਸੋ ਈਵਨ ਜਿਹੜੀ ਕ੍ਰਿਸਚੈਨਿਟੀ ਸੀਗੀ, ਉਹਨਾਂ ਨੇ ਵੀ ਜਿਹੜਾ ਲੇਡੀਜ਼ ਨੂੰ ਜਿਹੜਾ ਉਹਨਾਂ ਦਾ ਬਣਦਾ ਥਾਂ ਸੀਗਾ ਬਰਾਬਰ ਦਾ, ਉਹ ਨਹੀਂ ਸੀਗਾ। ਉਹਨਾਂ ਉੱਤੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਸੀਗੀਆਂ, ਖਾਸ ਕਰਕੇ ਜਿਹੜੇ ਕੈਥੋਲਿਕਸ ਸੀਗੇ ਉਹਨਾਂ ਦੀਆਂ ਨਾ। ਸੋ ਇਹ ਇੱਕ ਲੰਬੀ ਸਟਰਗਲ ਆ अर्ਲੀ 20th ਸੈਂਚੁਰੀ ਦੀ, ਜਿਹਦੇ ਵਿੱਚ ਲੇਬਰ ਯੂਨੀਅਨਸ ਦੇ ਵਿੱਚ, ਕਿਉਂਕਿ ਉਹਨਾਂ ਨੂੰ ਬਰਾਬਰ ਪੈਸੇ ਨਹੀਂ ਸੀ ਮਿਲਦੇ ਜਿੰਨੇ ਬਾਕੀ ਮੈਨਸ ਨੂੰ ਮਿਲਦੇ ਸੀਗੇ,
ਔਰ ਉਸ ਤੋਂ ਬਾਅਦ ਫਿਰ ਜਿਹੜੀ ਸਿਵਲ ਰਾਈਟ ਦੀ ਮੂਵਮੈਂਟ ਆ, ਫਿਰ ਉਹਦੇ ਵਿੱਚ ਉਹਦੇ ਨਾਲ ਜਿਹੜੀ ਵੋਟਿੰਗ ਰਾਈਟਸ ਦੀ ਮੂਵਮੈਂਟ ਆ। ਸੋ ਇਹ ਸਾਰਾ ਕੁਝ ਜਿਹੜਾ ਆ ਇਹ ਇੱਕ ਸਟਰਗਲ ਦਾ ਜਿਹੜਾ ਉਹਨਾਂ ਦੀਆਂ ਅਚੀਵਮੈਂਟਸ ਨੇ, ਵੂਮਨਸ ਅਚੀਵਮੈਂਟਸ ਨੇ ਥਰੂ ਸਟਰਗਲ, ਭਾਵੇਂ ਉਹ ਵੋਟਿੰਗ ਦਾ ਅਧਿਕਾਰ ਆ, ਚਾਹੇ ਉਹ ਬਰਾਬਰ ਪੇ ਦਾ ਅਧਿਕਾਰ ਆ, ਚਾਹੇ ਉਹ ਜਿਹੜੀ ਮਤਲਬ ਡਿਸਕ੍ਰਿਮੀਨੇਸ਼ਨ ਆ ਬੇਸਡ ਔਨ ਜੈਂਡਰ, ਜਿੰਨੀਆਂ ਵੀ ਗੱਲਾਂ ਨੇ ਉਹਨਾਂ ਨੂੰ ਮਨਾਉਣ ਲਈ ਇਹ ਦਿਨ ਜਿਹੜਾ ਆ ਇਹ ਇੱਕ ਮਿਥ ਲਿਆ ਗਿਆ ਆ। ਔਰ ਇਹਦੇ ਵਿੱਚ ਮੈਂ ਸਮਝਦਾ ਹਾਂ ਕਿ ਹੁਣ ਤਾਂ ਅੱਜ ਤਾਂ ਬਹੁਤ ਫਰਕ ਪੈ ਗਿਆ ਪਹਿਲਾਂ ਨਾਲੋਂ, ਆਪਣੇ ਇੱਥੇ ਵੈਸਟ ਦੇ ਵਿੱਚ ਵੀ ਔਰ ਉਧਰ ਆਪਣੇ ਏਸ਼ੀਆ ਦੇ ਵਿੱਚ ਵੀ, ਇੰਡੀਆ ਵਿੱਚ ਵੀ, ਪਰ ਇਟਸ ਸਲੋ progress ਪਰ progress is there absolutely। so ਜਿਸ ਤਰ੍ਹਾਂ ਅਸੀਂ ਮਾਰਚ 8 ਨੂੰ ਇੰਟਰਨੈਸ਼ਨਲ ਵਿਮਨਸ ਡੇ ਜਿਹੜਾ ਹੈ ਉਹ ਸੈਲੀਬ੍ਰੇਟ ਕਰਦੇ ਆ, ਔਰ ਦੁਨੀਆ ਦੇ ਵਿੱਚ ਥਾਂ ਦੇ ਵਿੱਚ ਜਿਹੜੀਆਂ ਔਰਤਾਂ ਨੇ ਅਚੀਵਮੈਂਟਸ ਕੀਤੀਆਂ ਨੇ, ਜਾਂ ਔਰ ਵੈਸੇ ਤਾਂ ਕਿਹਾ ਜਾਂਦਾ ਵੀ ਜਿਹੜੀ ਔਰਤ ਹੈ ਉਹ ਇੱਕ ਹੋਮ ਮੇਕਰ ਬਣ ਕੇ ਵੀ ਇੱਕ ਅਚੀਵਰ ਹੈ, ਬਟ ਜਿਨ੍ਹਾਂ ਨੇ ਇੱਕ ਪੋਜੀਸ਼ਨਸ ਅਚੀਵ ਕੀਤੀਆਂ ਨੇ, ਚਾਹੇ ਉਹ ਲੀਡਰਸ਼ਿਪ ਦੇ ਵਿੱਚ ਹੈ, ਚਾਹੇ ਉਹ ਲਾਈਕ ਪੋਲਿਟਿਕਸ ਦੇ ਵਿੱਚ ਹੈ, ਜਾਂ ਐਜ਼ ਐਂਟਰਪ੍ਰੈਨਿਓਰਸ ਹੈ, ਐਂਡ ਦੇਵ ਅਕਵਾਇਰਡ ਹਾਇਰ ਪੋਜੀਸ਼ਨਸ, ਐਂਡ ਦੇਵ been able to influence the society। so ਉਹਨਾਂ ਦੇ ਬਾਰੇ ਜੇ ਗੱਲ ਕਰੀਏ ਤੇ ਕਿਸ ਤਰ੍ਹਾਂ ਦਾ ਯੋਗਦਾਨ ਤੁਸੀਂ ਦੇਖਦੇ ਹੋ ਔਰਤਾਂ ਦਾ ਰਿਹਾ ਹੈ, ਔਰ ਕੀ ਇੰਪੋਰਟੈਂਸ ਹੈ ਉਹਨਾਂ ਦੀ? ਦੇਖੋ, ਜਿਹੜਾ ਅਜੇ ਵੀ ਜਿਹੜੀਆਂ ਔਰਤਾਂ ਨੇ ਉਹ ਅੰਡਰ ਰਿਪਰੈਜ਼ੈਂਟੇਟਿਵ ਨੇ ਜੀ, ਮਤਲਬ ਮੈਨਸ ਦੇ ਮੁਤਾਬਕ, ਜਿਵੇਂ ਉਹਨਾਂ ਦੀ 50% ਪਾਪੂਲੇਸ਼ਨ ਆ, ਪਰ ਯੂਐਸ ਦੇ ਵਿੱਚ ਜਿਵੇਂ ਯੂਐਸ ਕਾਂਗਰਸ ਹੈਗੀ ਆ ਉਹਦੇ ਵਿੱਚ ਸਿਰਫ 26% ਔਰਤਾਂ ਨੇ। ਜਿਵੇਂ ਇੰਡੀਆ ਦੇ ਵਿੱਚ ਆ ਉਹਦੇ ਵਿੱਚ ਹੋਰ ਵੀ ਘੱਟ ਆ, ਸ਼ਾਇਦ 14% ਹੈ, ਰਾਈਟ। ਪੰਜਾਬ ਦੇ ਵਿੱਚ 117 ਚੋਂ ਸਿਰਫ 6 ਹੀ ਨੇ ਜੀ, ਠੀਕ ਹੈ ਨਾ। ਸੋ ਭਾਵੇਂ ਗੁਰੂ ਨਾਨਕ ਮਹਾਰਾਜ ਨੇ ਔਰਤਾਂ ਦਾ ਜਿਹੜਾ ਸਥਾਨ ਆ ਸਾਡੀ ਥਰੂ ਹਿਸਟਰੀ ਬੜਾ ਇੰਪੋਰਟੈਂਟ ਆ, ਪਰ ਜਿਹੜੀ ਪਬਲਿਕ ਰਿਪਰੈਜ਼ੈਂਟੇਸ਼ਨ ਆ ਆਪਣੀ ਜਿਹੜੀ ਲੇਡੀਜ਼ ਦੀ, ਉਹਨਾਂ ਦੀ ਅਜੇ ਵੀ ਜਿਹੜੀ ਹੈਗੀ ਆ ਮਾਤਰਾ ਆ ਉਹ ਬਹੁਤ ਘੱਟ ਆ ਜੀ, ਜਿਹੜੀ ਕਿ ਵਰੀਸਮ ਆ ਨਾ। ਇੱਦਾਂ ਜਿਹੜਾ ਕਾਰਪੋਰੇਟ ਵਰਲਡ ਆ ਉਹਦੇ ਵਿੱਚ ਅਜੇ ਵੀ ਮਤਲਬ 38% ਵੂਮਨ ਨੇ ਜਿਹੜੀਆਂ ਕਿ ਲੀਡ ਕਰ ਰਹੀਆਂ ਨੇ, 62% ਮੈਨ ਨੇ। ਸੋ ਇਟਸ ਮੈਨ ਡੋਮੀਨੇਟਡ ਜਿਹੜਾ ਖੇਤਰ ਆ ਨਾ। ਸੋ ਮੇਰੇ ਖਿਆਲ 'ਚ ਜਿਹੜਾ ਓਵਰਆਲ ਪਹਿਲਾਂ ਨਾਲੋਂ ਕਾਫੀ ਪ੍ਰੋਗਰੈਸ ਆ, ਪਰ ਜਿਹੜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਈ ਹੋਪ ਕਿ ਜਿਹੜੀਆਂ ਹੁਣ ਸਾਡੀ ਨਵੀਆਂ ਜਨਰੇਸ਼ਨਸ ਨੇ, ਜਿਹੜੀਆਂ ਸਾਡੀਆਂ ਨਵੀਆਂ ਲੇਡੀਜ਼ ਨੇ, ਖਾਸ ਕਰਕੇ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਾਂ ਤਾਂ ਹੁਣ ਤੁਸੀਂ ਦੇਖਦੇ ਆ ਕਿ ਜਿਹੜੀਆਂ ਸਾਡੀਆਂ ਕੁੜੀਆਂ ਨੇ ਉਹ ਜ਼ਿਆਦਾ ਸਿੰਸੀਅਰ ਨੇ, ਜ਼ਿਆਦਾ ਪੜ੍ਹ ਰਹੀਆਂ ਨੇ, ਤੇ ਉਹਦੇ ਨਾਲ ਇਹ ਆ ਕਿ ਜਿਹੜਾ ਬੰਦਾ ਜ਼ਿਆਦਾ ਐਜੂਕੇਸ਼ਨ ਲੈ ਲੈਂਦਾ ਆ ਉਹਦੀ ਆਟੋਮੈਟਿਕ ਹੀ ਉਹਦੀ ਜਿਹੜੀ ਡਿਵੈਲਪਮੈਂਟ ਆ ਉਹ ਬੈਟਰ ਹੋ ਜਾਂਦੀ ਆ, ਉਹਦੀ ਇਕਨੋਮਿਕ ਡਿਵੈਲਪਮੈਂਟ ਬੈਟਰ ਹੋ ਜਾਂਦੀ ਆ, ਇਕਨੋਮਿਕਲੀ ਉਹਨੂੰ ਬੈਟਰਮੈਂਟ ਮਿਲ ਜਾਂਦੀ ਆ, ਔਰ ਉਹਨਾਂ ਦਾ ਆਪਣੇ ਆਪ ਨੂੰ ਅਸਰਟ ਕਰਨਾ ਭਾਵੇਂ ਆਪਣੇ ਘਰ ਦੇ ਵਿੱਚ ਨੇ ਚਾਹੇ ਘਰ ਤੋਂ ਬਾਹਰ ਨੇ, ਇਟਸ ਨੈਚੁਰਲ। ਦੈਟਸ ਰਾਈਟ। ਸੋ ਜਿੱਥੇ ਆਪਾਂ ਔਰਤਾਂ ਦੀ ਗੱਲ ਕਰ ਰਹੇ ਹਾਂ ਨਾ, ਇੱਕ ਸੋਸ਼ਲ ਇਸ਼ੂਜ਼ ਵੀ ਇਹਦੇ ਨਾਲ ਬਹੁਤ ਸਾਰੇ ਅਟੈਚਡ ਨੇ, ਔਰ ਇੱਕ ਕਦੇ ਟਾਈਮ ਮਿਲਿਆ ਤਾਂ ਇਹਨਾਂ ਸੋਸ਼ਲ ਇਸ਼ੂਜ਼ ਬਾਰੇ ਵੀ ਜ਼ਰੂਰ ਡਿਸਕਸ ਕਰਾਂਗੇ, ਪਰ ਇੱਕ ਚੀਜ਼ ਜ਼ਰੂਰ ਮੈਂ ਤੁਹਾਡੇ ਤੋਂ ਟੱਚ ਕਰਵਾਉਣਾ ਚਾਹਾਂਗੀ ਇਸ ਸਾਡੇ ਟੌਪਿਕ ਦੇ ਵਿੱਚੋਂ ਕਿ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ ਪੰਜਾਬ ਦੇ ਵਿੱਚ ਰਿਪਰੈਜ਼ੈਂਟੇਸ਼ਨ, ਔਰ ਮੈਂ ਆਪਣੇ ਮੁੱਖਬੰਦ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਨੂੰ ਤਾਂ ਮਾਣ ਹੋਣਾ ਚਾਹੀਦਾ ਹੈ ਪੰਜਾਬੀ ਹੋਣ ਦਾ, ਸਿੱਖ ਹੋਣ ਦਾ, ਕਿ ਸਾਡੀ ਕੌਮ, ਅਸੀਂ ਉਸ ਕੌਮ ਦੇ ਵਾਰਿਸ ਹਾਂ, ਅਸੀਂ ਉਸ ਗੁਰੂਆਂ ਦੇ ਵਾਰਿਸ ਹਾਂ ਜਿਨ੍ਹਾਂ ਨੇ ਸਾਨੂੰ ਇਹ ਸੇਧ ਦਿੱਤੀ। ਸੋ ਅੱਜ ਵੀ ਲੇਕਿਨ ਔਰਤਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਨਹੀਂ ਰੈਕਗਨਾਈਜ਼ ਕੀਤੀ ਗਈ। ਜਿਹੜੇ ਭਾਵੇਂ ਇਸ਼ੂਜ਼ ਹੈ, ਡਾਊਰੀ ਦੇ ਇਸ਼ੂਜ਼ ਹੈ, ਜਾਂ ਕਾਸਟ ਦੇ ਇਸ਼ੂਜ਼ ਹੈ, ਜਾਂ ਜੈਂਡਰ ਇਕੁਆਲਿਟੀ ਦੇ ਬੇਸ ਦੇ ਵੀ ਔਰਤ ਹੈ ਤਾਂ ਤੂੰ ਇਹ ਕੰਮ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ, ਇਹ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਦੇਖਣ ਨੂੰ ਮਿਲੇ ਸੀਗੇ। ਸੋ ਅੱਜ ਤੁਸੀਂ ਕਹਿੰਦੇ ਵੀ ਪ੍ਰੋਗਰੈਸ ਹੈਗੀ ਐਬਸੋਲੂਟਲੀ ਹੈਗੀ ਹੈ, ਬਟ ਸਟਿਲ ਵੀ ਆਰ ਸਟਿਲ ਫਾਰ ਬਿਹਾਈਂਡ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ we need to recognize it ਕਿ ਜੇ ਅਸੀਂ ਜਿਹੜੀ ਸਾਡੀਆਂ ਔਰਤਾਂ ਨੇ, ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਾਂਗਾ, let's not talk about the overall scenario। Exactly। ਜੇ ਅਸੀਂ ਆਪਣੀ ਜਿਹੜੀਆਂ ਵੂਮਨ ਨੇ ਉਹਨਾਂ ਨੂੰ ਪ੍ਰੋਪਰ ਥਾਂ ਦਿੱਤੀ ਹੁੰਦੀ, ਜਿਹੜੀ ਕਿ ਸਾਡੇ ਗੁਰਬਾਣੀ ਵਿੱਚ ਆ, ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਆ ਦੇਣ ਲਈ, ਤਾਂ ਹੋ ਸਕਦਾ ਕਿ ਸਾਡੀ ਹਾਲਾਤ ਐਡੇ ਅੱਜ ਇੱਦਾਂ ਨਾ ਹੁੰਦੇ। ਕਿਉਂਕਿ ਜਿਹੜੀ ਤੁਸੀਂ ਤੁਹਾਡੀ ਜਨਰੇਸ਼ਨ ਪੈਦਾ ਕਰਨੀ ਆ, ਪੈਦਾ ਕਰਨ ਤੋਂ ਲੈ ਕੇ ਉਹਨੂੰ ਗਰੋ ਕਰਨ ਤੱਕ ਜੇ ਵੂਮਨ ਜਿਹੜੀ ਆ ਉਹਦਾ ਮੇਨ ਰੋਲ ਆ ਜੀ, ਤੇ ਜੇ ਉਹ ਆਪ ਹੀ ਜਿਹੜੀ ਹੈਗੀ ਆ ਉਹ ਕਿਸੇ ਸਾਏ ਦੇ ਥੱਲੇ ਰਹਿ ਰਹੀ ਆ, ਡਰ ਦੇ ਥੱਲੇ ਰਹਿ ਰਹੀ ਆ, ਜਾਂ ਉਹ ਕਿਸੇ ਇਨਫੀਰੀਟੀ ਕੰਪਲੈਕਸ 'ਚ ਰਹਿ ਰਹੀ ਆ, ਰਾਈਟ, ਜਾਂ ਉਹਨੂੰ ਇਸ ਕਿਸਮ ਦਾ ਪ੍ਰੈਸ਼ਰ ਝੱਲਣਾ ਪੈ ਰਿਹਾ ਕਿ ਉਹ ਵੂਮਨ ਆ, ਤੇ ਉਹਨੇ ਕਿਸ ਤਰ੍ਹਾਂ ਦੇ ਬੱਚੇ ਪੈਦਾ ਕਰਨੇ ਨੇ ਤੇ ਕਿਸ ਤਰ੍ਹਾਂ ਦੇ ਬੱਚੇ ਗਰੋ ਕਰਨੇ ਨੇ,
ਉਹਨਾਂ ਦੇ ਉੱਤੇ, ਬੱਚਿਆਂ ਉੱਤੇ, ਖਾਸ ਕਰਕੇ ਜਿਹੜੀਆਂ ਨੈਕਸਟ ਜਨਰੇਸ਼ਨ ਕੁੜੀਆਂ ਨੇ, ਉਹਨਾਂ ਦੇ ਉੱਤੇ ਇਸ ਕਿਸਮ ਦਾ ਜਿਹੜਾ ਹੈਗਾ ਸਾਈਕੋਲੋਜੀਕਲ ਮਾੜਾ ਇਫੈਕਟ ਹੋਣਾ ਇਜ਼ ਨੈਚੁਰਲ ਜੀ। ਸੋ ਮੈਨੂੰ ਇਸ ਗੱਲ ਕਹਿਣ ਵਿੱਚ ਕੋਈ ਹਰਜ ਨਹੀਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਨੂੰ ਇਸ ਗੱਲ ਤੋਂ ਅਵੇਅਰਨੈਸ ਲੈਣ ਦੀ ਔਰ ਵੇਕਅਪ ਹੋਣ ਦੀ ਗੱਲ ਆ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਜਿਹੜੀਆਂ ਉਹ ਸਾਡੀ ਕੌਮ ਦੀਆਂ ਜਿਹੜੀਆਂ ਸਹੀ ਰਿਪਰੈਜ਼ੈਂਟ ਕਰਨ, ਤਾਂ ਸਾਨੂੰ ਆਪਣੀ ਜਿਹੜੀ ਵੂਮਨ ਆ, ਆਪਣੀ ਜਿਹੜੀਆਂ ਬੀਬੀਆਂ ਨੇ, ਉਹਨਾਂ ਨੂੰ ਸਟਰੋਂਗ ਕਰਨ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਉਹਨਾਂ ਨੂੰ ਆਪਣੇ ਆਪ ਨੂੰ ਅਸਰਟ ਕਰਨਾ ਚਾਹੀਦਾ ਹੈ ਜੀ। ਸਟਰੋਂਗ ਦੀ ਤੁਸੀਂ ਗੱਲ ਕੀਤੀ ਤਾਂ ਇੱਕ ਕੁੜੀ ਜਿਹੜੀ ਨੂਦੀਪ ਕੌਰ ਬੜੀ ਚਰਚਾ ਦੇ ਵਿੱਚ ਆਈ ਕਿਸਾਨ ਮੋਰਚੇ ਦੇ ਦੌਰਾਨ, ਇੱਕ ਦਲਿਤ ਐਕਟਿਵਿਸਟ ਹੈ ਜਿਹੜੀ ਕਿ ਮਜ਼ਦੂਰਾਂ ਦੇ ਹੱਕਾਂ ਦੇ ਲਈ ਆਵਾਜ਼ ਉਠਾਉਂਦੀ ਆਈ ਹੈ। ਉਸ ਨੂੰ ਇਨਵਾਈਟ ਕੀਤਾ ਗਿਆ ਦਿੱਲੀ ਯੂਨੀਵਰਸਿਟੀ ਦੇ ਵਿੱਚ ਇੱਕ ਵੂਮਨਸ ਡੇ ਦੇ ਉੱਤੇ ਬੋਲਣ ਦੇ ਲਈ, ਸਪੀਚ ਦੇਣ ਦੇ ਲਈ, ਤੇ ਉੱਥੇ ਖਬਰ ਆਈ ਕਿ ਜਦੋਂ ਉਹਨੇ ਸਪੀਚ ਦਿੱਤੀ ਉਹ ਗੱਲ ਕਰ ਰਹੀ ਸੀ ਵੀ ਰੇਪ ਜਿਹੜੀ ਅਲੈਜਡ ਬਾਈ ਪੁਲਿਸ ਜਿਹੜੇ ਰੇਪਸ ਹੋਏ ਨੇ, ਤੇ ਉਸ ਤੋਂ ਬਾਅਦ ABVP ਦੇ ਵਿੰਗ ਵੱਲੋਂ ਪੋਸਟਰ ਫਾੜੇ ਗਏ ਔਰ ਜਿਹੜੀ ਵਾਇਲੈਂਸ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਥੋੜਾ ਰਫ ਵੀ ਹੋ ਗਈ ਸਿਚੁਏਸ਼ਨ, ਹਾਤਾਪਾਈ ਵੀ ਹੋਈ ਔਰ ਉਹ ਐਕਟਿਵਿਸਟ ਉਹੀ ਐਕਟਿਵਿਸਟ ਹੈ ਜਿਹੜੀ 44 ਦਿਨ ਆਪਣੇ ਜੇਲ੍ਹ ਦੇ ਵਿੱਚ ਕੱਟ ਕੇ ਆਈ ਹੈ ਔਰ ਉਸ ਨੂੰ ਸੁਣਨ ਵਾਲਾ ਕੋਈ ਨਹੀਂ ਸੀਗਾ ਜੇ ਸੋਸ਼ਲ ਮੀਡੀਆ ਨਾ ਹੁੰਦਾ। ਸੋ ਤੁਸੀਂ ਕੀ ਕਹਿੰਦੇ ਹੋ ਇਸ ਪੂਰੇ ਇਨਸੀਡੈਂਟ ਬਾਰੇ, ਕਿਸ ਤਰ੍ਹਾਂ ਦੇਖਦੇ ਹੋ? ਰਾਈਟ, ਦੇਖੋ ਇਹ ਕਿਸਾਨ ਜਿਹੜਾ ਅੰਦੋਲਨ ਆ ਉਹ ਤਾਂ ਚਲੋ ਹੁਣ ਆਪਣੇ ਤੌਰ ਤੇ ਚੱਲ ਰਿਹਾ ਆ, ਪਰ ਜਿਹੜਾ ਇਹ ਨਵੇਂ ਐਵਨਿਊਜ਼ ਓਪਨ ਹੋ ਰਹੇ ਨੇ ਉੱਥੋਂ ਦੀ ਸੁਸਾਇਟੀ ਦੇ ਵਿੱਚ, ਜਿਹੜੇ ਕਿ ਹੁਣੇ ਬਣਦੇ ਨੇ ਜੀ, ਕਿ ਜਿਹੜੀ ਰਾਈਟ ਵਿੰਗ ਸਟੂਡੈਂਟ ਬਾਡੀਜ਼ ਨੇ, ਜਿਹੜੀ ABVP ਆ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਇਹ RSS ਦਾ BJP ਦਾ ਕਾਈਂਡ ਆਫ ਸਟੂਡੈਂਟ ਵਿੰਗ ਆ, ਔਰ ਉਹਨਾਂ ਨੂੰ ਜਿਹੜੇ ਲੈਫਟਿਸਟ ਨੇ, ਖਾਸ ਕਰਕੇ ਜਿਨ੍ਹਾਂ ਨੇ ਬੁਲਾਇਆ ਸੀ ਨੂਰਦੀਪ ਕੌਰ ਨੂੰ, ਲੈਫਟਿਸਟ ਆਰਗੇਨਾਈਜੇਸ਼ਨ SFI, ਸਟੂਡੈਂਟ ਫੈਡਰੇਸ਼ਨ ਆਫ ਇੰਡੀਆ, ਉਹਨਾਂ ਨੂੰ ਉਹ ਵਾਰਾ ਨਹੀਂ ਖਾਂਦੇ, ਕਿਉਂਕਿ ਜਿਹੜੇ ABVP ਵਾਲੇ ਨੇ ਜਾਂ BJP ਆ ਜਾਂ RSS ਆ ਜਾਂ ਹਿੰਦੂ ਨੈਸ਼ਨਲਿਸਟ ਨੇ, ਉਹਨਾਂ ਨੂੰ ਇਹ ਲੱਗਦਾ ਕਿ ਉੱਥੋਂ ਦੀ ਸੁਸਾਇਟੀ ਉੱਤੇ ਸਾਡਾ ਇੱਕ ਅਧਿਕਾਰ ਆ, ਸਾਡੀ ਮੋਨੋਪੋਲੀ ਆ ਜੀ, ਔਰ ਇਹ ਸਾਨੂੰ ਕੌਣ ਹੁੰਦੇ ਨੇ ਆ ਕੇ ਦੱਸਣ ਵਾਲੇ ਕਿ ਸਾਡੇ ਵਾਸਤੇ ਕੀ ਠੀਕ ਹੈ ਕੀ ਗਲਤ ਆ ਜੀ। ਉਹਦੇ ਵਿੱਚ ਓਬਵੀਅਸਲੀ ਜਿਹੜਾ ਹਿੰਦੂਤਵ ਦਾ ਜਿਹੜਾ ਏਜੰਡਾ ਆ ਜਾਂ ਹਿੰਦੂਤਵ ਦਾ ਜਿਹੜਾ ਆਧਾਰ ਆ ਉਹ ਹੈਗੀਆਂ ਜਿਹੜੀਆਂ ਮਨੂ ਸਮ੍ਰਿਤੀਜ਼, ਜਿੱਥੋਂ ਸਾਰੀ ਇੰਸਪੀਰੇਸ਼ਨ ਲੈਂਦੇ ਆ, ਗਾਈਡੈਂਸ ਲੈਂਦੇ ਆ, ਔਰ ਮਨੂ ਸਮ੍ਰਿਤੀ ਵਿੱਚ ਤਾਂ ਔਰਤ ਨੂੰ ਇੱਕ ਪੈਰ ਦੀ ਜੁੱਤੀ ਕਹਿ ਕੇ ਪੁਕਾਰਿਆ ਗਿਆ ਆ, ਰਾਈਟ, ਉਹਦਾ ਕੋਈ ਰਾਈਟਸ ਨਹੀਂਗੇ। ਸੋ ਇਹਨਾਂ ਗੱਲਾਂ ਦਾ ਹੁਣ ਦੇਖੋ, ਜਦੋਂ ਤੁਸੀਂ ਕਿਸੇ ਆਈਡੀਓਲੋਜੀ ਨੂੰ ਫਾਲੋ ਕਰਦੇ ਆ ਤਾਂ ਤੁਸੀਂ ਜਿੰਨੇ ਮਰਜ਼ੀ ਮਾਡਰਨ ਹੋ ਲਓ ਆਪਣੇ ਆਪ ਨੂੰ, ਤੁਹਾਨੂੰ ਕਿਤੇ ਨਾ ਕਿਤੇ ਜਿਹੜੀ ਉਹ ਆਈਡੀਓਲੋਜੀ ਆ ਉਹਨੇ ਤੁਹਾਨੂੰ ਕਿਤੇ ਨਾ ਕਿਤੇ ਪੁਸ਼ ਕਰਨਾ ਹੀ ਆ ਨਾ। ਸੋ ਇਹ ਇੱਕ ਜਿਹੜਾ ਕੌਨਫਲਿਕਟ ਮੈਂ ਸਮਝਦਾ ਸੀਗਾ ਕਿ ਸਿਰਫ ਸ਼ਾਇਦ ਕਿਸਾਨਾਂ ਤੱਕ ਹੀ ਸੀਮਿਤ ਰਹੇਗਾ, ਇਹ ਹੁਣ ਜਿਹੜੇ ਸੁਸਾਇਟੀ ਦੇ ਬਾਕੀ ਹਿੱਸੇ ਨੇ, ਖਾਸ ਕਰਕੇ ਦੇਖੋ ਜਿਹੜੀਆਂ ਯੂਨੀਵਰਸਿਟੀਜ਼ ਨੇ, ਉਹ ਬੈੱਡ ਰੌਕ ਨੇ ਜਿੱਥੋਂ ਸਾਡੀ ਨਵਾਂ ਸਾਰਾ ਕੁਝ ਪੈਦਾ ਹੋਣਾ ਆ ਜੀ, ਉੱਥੋਂ ਨਵੀਂ ਸੋਚ ਪੈਦਾ ਹੋਣੀ ਆ, ਉੱਥੋਂ ਦੇ ਜਿਹੜੇ ਬੱਚੇ ਸਟੂਡੈਂਟਸ ਨੇ ਉਹਨਾਂ ਨੇ PhDs ਕਰਨੀਆਂ ਨੇ, ਉਹਨਾਂ ਨੇ ਹਾਇਰ ਐਜੂਕੇਸ਼ਨ ਲੈਣੀ ਆ, ਉਹਨਾਂ ਨੇ ਨਵੇਂ ਰਾਹ ਤਰਾਸ਼ਣੇ ਨੇ ਉਸ ਦੇਸ਼ ਲਈ, ਔਰ ਉੱਥੇ ਹੁਣ ਇਹ ਕੌਨਫਲਿਕਟ ਜਿਹੜਾ ਆ ਉਹ ਪਹੁੰਚ ਗਿਆ ਆ ਯੂਨੀਵਰਸਿਟੀ ਦੇ ਵਿੱਚ। ਪਹਿਲਾਂ JNU 'ਚ ਤੁਸੀਂ ਦੇਖਿਆ ਆ ਕਿੰਨਾ ਵੱਡਾ ਕੌਨਫਲਿਕਟ ਹੋਇਆ, ਹੁਣ ਦਿੱਲੀ ਯੂਨੀਵਰਸਿਟੀ ਦੇ ਵਿੱਚ। ਇਹ ਮੈਂ ਸਮਝਦਾ ਆ ਕਿ ਉਸ ਕੰਟਰੀ ਦੇ ਵਿੱਚ ਜੇ ਤੁਸੀਂ ਉੱਥੇ ਜਿਹੜਾ ਟੁੱਟਾ ਭੱਜਿਆ ਹੋਇਆ ਸਾਰਾ ਜਿਹੜਾ ਸਿਸਟਮ ਖਰਾਬ ਹੋਇਆ ਆ, ਤੇ ਉਹਨੂੰ ਫਿਕਸ ਕਰਨ ਲਈ ਜਿਹੜੇ ਸਟੂਡੈਂਟਸ ਬਾਡੀਜ਼ ਨੇ ਜਾਂ ਸਟੂਡੈਂਟ ਨੇ, ਜਿਹੜੀ ਯੰਗ ਜਨਰੇਸ਼ਨ ਆ, ਦੇ ਹੈਵ ਟੂ ਟੇਕ ਜਿਹੜੀ ਕੰਟਰੋਲ ਇਨ देयर ਓਨ ਹੈਂਡਸ, ਤਾਂ ਕਿ ਇਹਨਾਂ ਗੱਲਾਂ ਨੂੰ ਨਕਾਰਿਆ ਜਾ ਸਕੇ, ਇਹਨਾਂ ਗੱਲਾਂ ਨੂੰ ਭੰਗ ਕੀਤਾ ਜਾ ਸਕੇ ਜਿਹੜੀਆਂ ਕਿ ਉਸ ਸੁਸਾਇਟੀ ਦੇ ਉੱਤੇ ਟੈਬੂਜ਼ ਨੇ, ਖਾਸ ਕਰਕੇ ਔਰਤ ਦੇ ਪਰਸਪੈਕਟਿਵ ਤੋਂ। ਰਾਈਟ ਜੀ, ਕਿਉਂਕਿ ਅਸੀਂ ਅੱਜ ਇੰਟਰਨੈਸ਼ਨਲ ਵਿਮਨਸ ਡੇ ਦੀ ਗੱਲ ਕਰ ਰਹੇ ਹਾਂ ਔਰ ਇਹ ਪੂਰਾ ਹਫਤਾ ਇੰਟਰਨੈਸ਼ਨਲ ਵਿਮਨਸ ਵੀਕ ਮੰਨਿਆ ਜਾਂਦਾ ਹੈ। ਸੋ ਜਿੱਥੇ ਪਰ ਇੰਟਰਨੈਸ਼ਨਲ ਵਿਮਨ ਡੇ ਜਿਹੜਾ ਹੈ ਉਹ ਸਾਡੇ ਕਿਸਾਨਾਂ ਨੇ ਜ਼ਰੂਰ ਮਨਾਇਆ, ਕਿਸਾਨ ਮੋਰਚੇ ਦੇ ਵਿੱਚ, ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ ਇਹਨਾਂ ਔਰਤਾਂ ਨੂੰ ਜ਼ਰੂਰ ਯਾਦ ਕੀਤਾ ਔਰ ਉਹਨਾਂ ਦੇ ਹੱਕਾਂ ਦੇ ਲਈ ਵੀ ਆਵਾਜ਼ ਉਠਾਈ ਬਾਈ ਸੈਲੀਬ੍ਰੇਟਿੰਗ them on that day। ਯਾਨੀ ਕਿ 8 ਮਾਰਚ ਨੂੰ 40,000 ਜਿਹੜੀਆਂ ਔਰਤਾਂ ਨੇ ਉਹ ਪਹੁੰਚੀਆਂ ਇਸ ਪੂਰੇ ਅੰਦੋਲਨ ਦਾ ਹਿੱਸਾ ਬਣਨ ਦੇ ਲਈ। ਸੋ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਇਹਦਾ ਕੀ ਰੈਲੇਵੈਂਸ ਲੱਗਦਾ ਤੁਹਾਨੂੰ? ਦੇਖੋ ਜੀ, ਇਹ ਇੱਕ ਬੜੀ ਰਿਮਾਰਕੇਬਲ ਗੱਲ ਆ ਕਿ ਜਿਹੜਾ ਕਿਸਾਨ ਮੋਰਚਾ ਆ ਸ਼ੁਰੂ ਤੋਂ ਹੀ ਉਹਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਬੜਾ ਧੜੱਲੇਦਾਰ ਔਰ ਲੀਡਿੰਗ ਰੋਲ ਲਿਆ ਆ ਜੀ। ਉਸ ਦੀ ਮਿਸਾਲ ਇਹ ਆ ਕਿ ਜਿਹੜਾ ਟਾਈਮ ਮੈਗਜ਼ੀਨ ਆ ਉਹਦੇ ਫਰੰਟ ਪੇਜ ਦੇ ਉੱਤੇ ਜਿਹੜੀਆਂ ਪੰਜਾਬ ਦੀਆਂ ਔਰਤਾਂ ਨੇ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ ਉਹਨਾਂ ਦੀ ਐਤਕੀ ਫੋਟੋ ਹੈ, ਉਹ ਤੁਸੀਂ ਦੇਖੀ ਹੋਣੀ ਹੈ ਨਾ।
ਔਰ ਉਹਦੇ ਵਿੱਚ ਜਿਹੜਾ ਆਰਟੀਕਲ ਆ ਸਾਰਾ ਉਹਦੇ 'ਚ ਇਟਸ ਵੈਰੀ ਸਕੇਥਿੰਗ ਆਰਟੀਕਲ ਵੀ ਪੂਰੀ ਉਹਨਾਂ ਨੇ ਖੋਲ੍ਹ ਕੇ ਐਕਸਪੋਜ਼ ਕੀਤਾ ਹੋਇਆ ਸਾਰਾ ਜਿਹੜਾ ਬੀਜੇਪੀ ਗੌਰਮੈਂਟ ਨੂੰ ਹਿੰਦੂਤਵ ਨੂੰ ਜਿਹੜੇ ਰਾਈਟ ਵਿੰਗ ਹਿੰਦੂਤਵ ਹੈ ਨਾ। ਸੋ ਮੈਂ ਸਮਝਦਾ ਕਿ ਦੇਖੋ ਅਸੀਂ ਸਾਡੇ ਤਾਂ ਜਿਹੜਾ ਇਤਿਹਾਸ ਵਿੱਚ ਸਾਡੇ ਗੁਰੂ ਸਾਹਿਬ ਦੀ ਆਈਡੀਓਲੋਜੀ ਦੇ ਵਿੱਚ ਤਾਂ ਸਾਰਾ ਕੁਝ ਪਿਆ ਆ ਜੀ। ਅਸੀਂ ਤਾਂ ਸਾਨੂੰ ਤਾਂ ਰਿਕਗਨਾਈਜ਼ ਹੀ ਕਰਨ ਦੀ ਲੋੜ ਹੈ, ਸਾਨੂੰ ਤਾਂ ਸਮਝਣ ਦੀ ਲੋੜ ਆ, ਬਾਕੀ ਤਾਂ ਸਾਰਾ ਕੁਝ ਪਿਆ ਹੀ ਆ ਰਾਈਟ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਿਹੜਾ ਇਹ ਸੰਘਰਸ਼ ਹੈ ਨਾ, ਕਿਸਾਨ ਸੰਘਰਸ਼ ਆ, ਇਹ ਇਕੱਲਾ ਕੋਈ ਇਹ ਆਪਣੇ ਹੁਣ ਖੇਤੀ ਦਾ ਮਸਲਾ ਨਹੀਂ, ਇਸ ਨੇ ਹੋਰ ਵੀ ਜਿਹੜੇ ਸਾਡੇ ਜ਼ਿੰਦਗੀ ਦੇ ਆਸਪੈਕਟ ਨੇ ਉਹਨਾਂ ਨੂੰ ਵੀ ਚੇਂਜ ਕਰਨਾ ਸ਼ੁਰੂ ਕੀਤਾ ਆ। ਸਾਨੂੰ ਜਿਹੜੀ ਅਸਲੀਅਤ ਆ ਉਹਦੇ ਰੂਬਰੂ ਕੀਤਾ ਆ। ਐਬਸੋਲੂਟਲੀ, ਠੀਕ ਹੈ ਨਾ। ਦੇਖੋ ਹੁਣ ਜਿਹੜੀਆਂ ਪੰਜਾਬ ਦੇ ਵਿੱਚ ਤੁਸੀਂ ਪਿਛਲੇ ਜਿਹੜਾ 2-3 ਦਹਾਕੇ ਦਿਖਾਓ ਤਾਂ ਜਿਹੜੇ ਹਿਸਾਬ ਨਾਲ ਕੁੜੀਆਂ ਦੇ ਕਤਲ ਕੀਤੇ ਨੇ ਔਰਤਾਂ ਦੇ ਪੇਟ ਵਿੱਚ ਸਾਡੀ ਕਮਿਊਨਿਟੀ ਨੇ, ਉਹ ਬੜੀ ਸ਼ਰਮਨਾਕ ਗੱਲ ਆ ਜੀ। ਐਬਸੋਲੂਟਲੀ। ਪਰ ਹੁਣ ਜਦੋਂ ਤੁਸੀਂ ਔਰਤਾਂ ਨੂੰ ਇੱਥੇ ਦੇਖਦੇ ਹੋ ਪ੍ਰੋਟੈਸਟ ਦੇ ਵਿੱਚ ਤੇ ਦੇ ਆਰ ਅਸਰਟਿੰਗ ਦੈਮਸੈਲਵਸ, ਉਹ ਆਪਣਾ ਜਿਹੜਾ ਉਹਨਾਂ ਦਾ ਜਿਹੜਾ ਰਾਈਟ ਬਣਦਾ ਆ, ਜਿਹੜੀ ਉਹਨਾਂ ਦੀ ਜਗ੍ਹਾ ਬਣਦੀ ਆ, ਉਹਨੂੰ ਅਸਰਟ ਕਰ ਰਹੀਆਂ ਨੇ। ਜੇ ਵੂਮਨ ਸਟਰੋਂਗ ਹੋਣਗੀਆਂ ਤਾਂ ਕਿਸੇ ਸੱਸ ਦੀ ਇਹ ਹਿੰਮਤ ਨਹੀਂ, ਕਿਸੇ ਆਦਮੀ ਦੀ ਇਹ ਹਿੰਮਤ ਨਹੀਂ ਵੀ ਉਹ ਕਵੇ ਵੀ ਮੈਨੂੰ ਕੁੜੀ ਨਹੀਂ ਚਾਹੀਦੀ। ਰਾਈਟ ਐਬਸੋਲੂਟਲੀ। ਬਹੁਤ ਹੀ ਥਾਟ ਪ੍ਰੋਵੋਕਿੰਗ ਗੱਲ ਤੁਸੀਂ ਕੀਤੀ ਹੈ ਔਰ ਇਸ ਦੇ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਬਣਦੀ ਹੈ। ਪਰ ਫਿਲਹਾਲ ਸਮਾਂ ਹੋ ਚੱਲੇ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਤੇ ਆਪਣੀ ਚਰਚਾ ਨੂੰ ਅੱਗੇ ਵਧਾਵਾਂਗੇ ਤੇ ਨਾਲ ਕੁਝ ਹੋਰ ਅਪਡੇਟਸ ਤੁਹਾਡੇ ਤੱਕ ਲੈ ਕੇ ਆਵਾਂਗੇ। ਠੀਕ ਹੈ, ਬ੍ਰੇਕ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਗਲੋਬਲ ਪੰਜਾਬ ਤੇ ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਵੈਂਟ ਕਵਰੇਜ ਜਾਂ ਐਡਵਰਟਾਈਜ਼ਮੈਂਟ ਲਈ ਸੰਪਰਕ ਕਰੋ ਗਿੱਲ ਪ੍ਰਦੀਪ 6465206706। ईमेल gilpardeep11@yahoo.in। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਪ੍ਰੋਗਰਾਮ ਮੇਰਾ ਅਮਰੀਕਾ 'ਚ। ਤੇ ਬ੍ਰੇਕ ਤੋਂ ਪਹਿਲਾਂ ਯਾਦਵਿੰਦਰ ਜੀ ਨੇ ਇੱਕ ਬੜੀ ਥਾਟ ਪ੍ਰੋਵੋਕਿੰਗ ਗੱਲ, ਇੱਕ ਕੁਐਸਚਨ ਜਿਹੜਾ ਉਹ ਖੜਾ ਕੀਤਾ ਔਰ ਸਵਾਲ ਮੇਰੇ ਵੀ ਮਨ ਦੇ ਵਿੱਚ ਉਹ ਸਵਾਲ ਸੀਗਾ ਕਿ ਔਰਤਾਂ ਦੀ ਅਸੀਂ ਗੱਲ ਕਰ ਰਹੇ ਹਾਂ ਔਰ ਫੀਮੇਲ ਫੀਟੀਸਾਈਡ ਦਾ ਤੁਸੀਂ ਮੈਂਸ਼ਨ ਕੀਤਾ ਕਿ ਔਰਤਾਂ ਨੂੰ, ਕੁੜੀਆਂ ਨੂੰ ਕੁੱਖ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਸੀਗਾ ਜਦੋਂ ਜੈਂਡਰ ਪਤਾ ਲੱਗ ਜਾਂਦਾ ਸੀ। ਸੋ ਇੱਕ ਬਹੁਤ ਹੀ ਵੱਡਾ ਇੱਕ ਸੋਸ਼ਲ ਇਸ਼ੂ ਰਿਹਾ ਹੈ ਔਰ ਜਿਹਦੇ ਕਰਕੇ ਪੰਜਾਬ ਦੇ ਵਿੱਚ ਜਿਹੜਾ ਫੀਮੇਲ ਸੈਕਸ ਰੇਸ਼ੋ ਹੈ ਉਹ ਵੀ ਸਭ ਤੋਂ ਜ਼ਿਆਦਾ ਡਿਕਲਾਈਨ ਤੇ ਰਿਹਾ। ਇੰਨੀ ਕੁ ਹਾਲਤ ਹੋ ਗਈ ਹੈ ਕਿ ਕੁੜੀਆਂ ਜਿਹੜੀਆਂ ਉਹ ਲੱਭਣੀਆਂ ਔਖੀਆਂ ਹੋ ਗਈਆਂ ਪੰਜਾਬ ਦੇ ਵਿੱਚ, ਜੇ ਰੂਰਲ ਏਰੀਆਜ਼ ਦੇ ਵਿੱਚ ਗੱਲ ਕਰੀਏ। ਤੇ ਕੁਇਕਲੀ ਇਹਦੇ ਬਾਰੇ ਗੱਲ ਕਰੀਏ ਤੇ ਫਿਰ ਆਪਾਂ ਜ਼ਰੂਰ ਜਾਣਨਾ ਚਾਹੁੰਦੇ ਹਾਂ ਵੀ ਕਿਸਾਨ ਮੋਰਚੇ ਦਾ ਹੁਣ ਅੱਗੇ ਅਪਡੇਟਸ ਕੀ ਚੱਲ ਰਹੇ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਸ ਦਾ ਕੀ ਫਿਊਚਰ ਦੇਖ ਰਹੇ ਹਾਂ, ਕਿਉਂਕਿ ਆਲਮੋਸਟ 100 ਦਿਨ ਹੋਣ ਵਾਲੇ ਨੇ ਇਸ ਮੋਰਚੇ ਨੂੰ ਚੱਲਦੇ ਨੂੰ। ਸੋ ਸਭ ਤੋਂ ਪਹਿਲਾਂ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ। ਦੇਖੋ ਜੀ, ਜਿਹੜਾ ਇਹ ਓਬਵੀਅਸਲੀ ਮੈਨੂੰ ਆਈ ਹੋਪ ਕਿ ਇੱਕ ਕਾਈਂਡ ਆਫ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ, ਖਾਸ ਕਰਕੇ ਸਿੱਖ ਨੇ ਜੀ, ਉਹਨਾਂ ਵਾਸਤੇ ਇੱਕ ਆਈ ਓਪਨਿੰਗ ਐਪੀਸੋਡ ਆ ਜਿਹੜਾ ਕਿਸਾਨ ਅੰਦੋਲਨ ਆ, ਜਿਹਨੇ ਕਿ ਖਾਸ ਕਰਕੇ ਜਿਹੜਾ ਔਰਤਾਂ ਦਾ ਰੋਲ ਆ ਉਹ ਜਿਹੜਾ ਹੈਗਾ ਆ ਉਹ ਇਸ ਰੂਪ ਦੇ ਵਿੱਚ ਉਜਾਗਰ ਕੀਤਾ ਆ। ਔਰ ਜਿੰਨੀ ਹਿੰਮਤ ਨਾਲ ਸਾਡੀਆਂ ਬੀਬੀਆਂ ਨੇ ਉੱਥੇ ਪਹਿਰਾ ਦਿੱਤਾ ਆ, ਸੇਵਾ ਕੀਤੀ ਆ ਔਰ ਫਰੰਟ ਤੇ ਖੜੀਆਂ ਨੇ। ਆਈ ਥਿੰਕ ਹੁਣ ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਬੈਡ ਐਪੀਸੋਡ ਜਿੱਦਾਂ ਦੇ ਪਹਿਲਾਂ ਲੰਘੇ ਆ, ਜਿਹਦੇ ਵਿੱਚ ਸਪਰੈਸ਼ਨ ਆ, ਜਿਹਦੇ ਵਿੱਚ ਧੱਕਾ ਆ, ਉਹ ਪੰਜਾਬ ਦੇ ਵਿੱਚ ਹੋਊਗਾ। ਸੋ ਆਈ ਹੋਪ ਕਿ ਲੇਡੀਜ਼ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇ ਫਾਰਮ ਮੋਰ ਆਰਗੇਨਾਈਜ਼ਡ ਸਟਰਕਚਰਸ ਅਮੰਗ ਦੈਮਸੈਲਵਸ, ਤਾਂ ਕਿ ਉਹ ਇਸ ਕਿਸਮ ਦਾ ਧੱਕਾ ਕਿਸੇ ਨਾਲ ਹੋਵੇ ਹੀ ਨਾ ਜੀ। ਸੋ ਕਿਸਾਨ ਮੋਰਚੇ ਦੇ ਬਾਰੇ ਜ਼ਰੂਰ ਗੱਲ ਕਰਾਂਗੇ, ਜਿੱਥੇ ਔਰਤਾਂ ਨੇ ਕਿਸਾਨ ਮੋਰਚੇ ਦੇ ਵਿੱਚ ਫਰੰਟ ਲਾਈਨ ਤੇ ਖੜ ਕੇ ਆਪਣਾ ਯੋਗਦਾਨ ਪਾਇਆ ਹੈ। ਪਰ ਹੁਣ ਇਸ ਵੇਲੇ ਜਿਹੜਾ ਮੋਰਚਾ ਇੱਦਾਂ ਜਾਪ ਰਿਹਾ ਹੈ ਜਿੱਦਾਂ ਕਿ ਇੱਕ ਸਟੈਂਡ ਸਟਿਲ ਤੇ ਆ ਗਿਆ ਹੈ, ਕੋਈ ਅੱਗੇ ਮੂਵਮੈਂਟ ਨਹੀਂ ਹੋ ਰਹੀ, ਸਟੇਲਮੇਟ ਚੱਲ ਰਹੀ ਹੈ ਸਿਚੁਏਸ਼ਨ ਸਰਕਾਰ ਦੇ ਨਾਲ, ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਸੋ ਵਾਟ ਆਰ ਵੀ ਲੁਕਿੰਗ ਐਟ, ਹੁਣ ਅੱਗੇ ਕੀ ਹੋਊਗਾ ਇਸ ਮੋਰਚੇ ਦਾ? ਕਿਸਾਨ ਵਿਚਾਰੇ ਇਸੇ ਤਰ੍ਹਾਂ ਸੜਕਾਂ ਤੇ ਰਹਿਣਗੇ ਕਿ? ਹਾਂਜੀ, ਇਹ ਬੜਾ ਇੱਕ ਪੇਨਫੁਲ ਜਿਵੇਂ ਐਕਸਪੀਰੀਅੰਸ ਹੈ ਜੀ। ਹੁਣ ਦੇਖੋ 100 ਦਿਨ ਹੋ ਗਏ ਨੇ ਕਿਸਾਨ ਜਿਹੜੇ ਉੱਥੇ ਵਿਚਾਰੇ ਬੈਠੇ ਨੇ ਸੜਕਾਂ ਦੇ ਉੱਪਰ। ਓਬਵੀਅਸਲੀ ਟਾਈਮ ਦੇ ਨਾਲ ਜਿਹੜਾ ਇੰਥੂਜ਼ੀਆਜ਼ਮ ਆ, ਜੋਸ਼ ਆ, ਉਹ ਵੀ ਲੱਗਦਾ ਵੀ ਜਿਵੇਂ ਪਹਿਲਾਂ ਨਾਲੋਂ ਘਟ ਰਿਹਾ ਆ।
ਪਰ ਉਹ ਪਲੈਨਿੰਗ ਕਰ ਰਹੇ ਨੇ ਆਪਦੀ। ਪਰ ਮੇਰੇ ਖਿਆਲ 'ਚ ਹੁਣ ਜਿਹੜੇ ਕਿਸਾਨ ਯੂਨੀਅਨ ਦੀ ਜਿਹੜੀ ਨਵੀਂ ਸਟ੍ਰੈਟਜੀ ਮੈਨੂੰ ਸਮਝ ਆਉਂਦੀ ਆ ਉਹਨਾਂ ਦੀ, ਉਹ ਇਹ ਆ ਕਿ ਜਿਹੜੀਆਂ ਆਉਣ ਵਾਲੇ ਅਗਲੇ ਮਹੀਨੇ ਦੇ ਵਿੱਚ 5 ਸਟੇਟਸ ਦੇ ਵਿੱਚ ਇਲੈਕਸ਼ਨ ਆ ਰਹੀਆਂ ਨੇ ਜੀ। ਦੇਖੋ ਜਿਹੜੇ ਇਹ ਪੋਲੀਟੀਕਲ ਲੋਕ ਨੇ, ਇਹਨਾਂ ਨੂੰ ਜੇ ਹਰਟ ਕਰਨਾ ਹੋਵੇ, ਇਹਨਾਂ ਨੂੰ ਜੇ ਅਕਲ ਦੇਣੀ ਹੋਵੇ ਤਾਂ ਉਹ ਬੈਲਟ ਪੇਪਰ ਤੇ ਜਾ ਕੇ ਦਿੱਤੀ ਜਾਂਦੀ ਹੈ। ਐਬਸੋਲੂਟਲੀ। ਸੋ ਮੇਰੇ ਖਿਆਲ ਜਿਹੜੇ ਕਿਸਾਨ ਨੇ ਉਹਨਾਂ ਨੇ ਵੀ ਇਹ ਗੱਲ ਰਿਕਗਨਾਈਜ਼ ਕੀਤੀ ਆ, ਔਰ ਉਹਨਾਂ ਨੇ ਹੁਣ ਜਿਹੜੀਆਂ 5 ਸਟੇਟਸ ਜਿਨ੍ਹਾਂ ਦੇ ਵਿੱਚ ਕਿ ਅਗਲੇ ਮਹੀਨੇ ਅਪ੍ਰੈਲ ਤੇ ਆਪਣੇ ਮਾਰਚ ਤੇ ਅਪ੍ਰੈਲ ਦੇ ਵਿੱਚ ਐਂਡ ਆਫ ਮਾਰਚ ਟੂ ਅਪ੍ਰੈਲ ਦੇ ਵਿੱਚ ਹੋ ਰਹੀਆਂ ਇਲੈਕਸ਼ਨਸ, ਉਹਦੇ ਵਿੱਚ ਜਿਵੇਂ ਵੈਸਟ ਬੰਗਾਲ ਸਭ ਤੋਂ ਇੰਪੋਰਟੈਂਟ ਹੈ। ਉੱਥੇ ਕਿਸਾਨ ਮੋਰਚੇ ਵਾਲੇ ਆਲਰੇਡੀ ਜਾ ਕੇ ਜਿਹੜੇ ਉੱਥੇ ਲੋਕਾਂ ਨੂੰ ਸੰਬੋਧਨ ਕਰ ਚੁੱਕੇ ਨੇ। ਫਿਰ ਤਾਮਿਲਨਾਡੂ ਹੈ ਜਿਹੜਾ, ਫਿਰ ਜੀ ਕੇਰਲਾ ਹੈਗਾ ਆ, ਪਾਂਡੇਚੇਰੀ ਹੈਗਾ, ਅਸਾਮ ਹੈਗਾ, ਰਾਈਟ। ਸੋ ਇਹ ਸਟੇਟਸ ਨੇ ਜਿੱਥੇ ਇਲੈਕਸ਼ਨ ਨੇ ਨੈਕਸਟ ਮੰਥ ਦੇ ਵਿੱਚ। ਸੋ ਜੇ ਦੇਖੋ ਜਿਹੜੀ ਮੋਦੀ ਸਰਕਾਰ ਆ, ਉਹਨੇ ਜਿਹੜੀ ਢੀਠਤਾ ਵਾਲੀ ਤਾਂ ਕੋਈ ਕਸਰ ਛੱਡੀ ਨਹੀਂ, ਠੀਕ ਹੈ ਨਾ। ਹੁਣ ਉਹਨਾਂ ਨੇ ਜੋ ਕੁਛ ਦੁਨੀਆ ਕਹੀ ਜਾਂਦੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉੱਥੋਂ ਦੇ ਲੋਕ ਕੀ ਕਹਿੰਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿੰਨੇ ਕਿਸਾਨ ਮਰ ਰਹੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮੈਨੂੰ ਲੱਗਦਾ ਹੈ ਵੀ ਉਹਨਾਂ ਨੂੰ ਜਿਹੜਾ ਫਰਕ ਉਦੋਂ ਹੀ ਪੈਣਾ ਆ ਜਦੋਂ ਉਹਨਾਂ ਨੂੰ ਲੋਕਾਂ ਨੇ ਅੱਗੋਂ ਅੰਗੂਠਾ ਦਿਖਾਇਆ ਉਹਦਾ, ਰਾਈਟ। ਤੇ ਮੇਰਾ ਖਿਆਲ ਕਿਸਾਨ ਵੀ ਇਸ ਗੱਲ ਦੇ ਉੱਤੇ ਬੈਟ ਕਰ ਰਹੇ ਨੇ ਕਿ ਜਾ ਕੇ ਜਿਹੜੇ ਲੋਕ ਨੇ, ਕਿਉਂਕਿ ਦੇਖੋ ਜਿਹੜਾ 80% ਜਿਹੜੀਆਂ ਖਾਸ ਕਰਕੇ ਵੂਮਨਸ ਨੇ ਜਿਹੜੀਆਂ, ਉਹ ਐਗਰੀਕਲਚਰ ਨਾਲ ਜੁੜੀਆਂ ਹੋਈਆਂ ਨੇ ਇੰਡੀਆ ਦੇ ਵਿੱਚ, ਔਰ ਆਲਮੋਸਟ 40 ਤੋਂ 50% ਲੋਕ ਨੇ ਜਿਹੜੇ ਆਮ, ਉਹਨਾਂ ਦਾ ਐਗਰੀਕਲਚਰ ਨਾਲ ਸੰਬੰਧ ਹੈ। ਜੇ ਉਹ ਲੋਕ ਅਵੇਅਰ ਹੋ ਜਾਂਦੇ ਨੇ ਇਸ ਮਸਲੇ 'ਚ, ਜਿਹੜੀ ਕਿਸਾਨ ਯੂਨੀਅਨਸ ਨੇ ਉਹ ਇਸ ਗੱਲ ਦੇ ਉੱਤੇ ਫੋਕਸ ਕਰ ਲੈਂਦੀਆਂ ਨੇ ਕਿ ਆਉਣ ਵਾਲੇ 1 ਮਹੀਨੇ ਦੇ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਾਗਰੂਕ ਕਰਨਾ ਆ, ਤੇ ਇਸ ਗੱਲ ਦੇ ਗੁੱਡ ਚਾਂਸ ਆ ਕਿ ਜਿਹੜੀ BJP ਆ, ਜਿਹੜਾ ਕਿ ਉਹਨਾਂ ਦਾ ਸ਼ਿਪ ਆ, ਉਹ ਰੁਕ ਜਾਏਗਾ। ਸੋ ਜਦੋਂ ਪੋਲੀਟੀਕਲ ਸ਼ਿਪ ਰੁਕ ਜਾਂਦਾ ਆ, ਰੱਥ ਰੁਕ ਜਾਂਦਾ ਇਹਨਾਂ ਦਾ, ਤਾਂ ਫਿਰ ਗੁੱਡ ਚਾਂਸ ਹੁੰਦੇ ਆ ਕਿ ਦੇ ਵਿਲ ਲੁੱਕ ਕਿ ਵੀ ਸਾਡੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਗੱਲ ਫਾਇਦੇ 'ਚ ਆ, ਤਾਂ ਸ਼ਾਇਦ ਕਿਸਾਨਾਂ ਦੀ ਜਿਹੜੀ ਹੈਗੀ ਆ ਖਲਾਸੀ ਹੋ ਜਾਵੇ ਜੀ। ਸੋ ਤੁਹਾਨੂੰ ਲੱਗਦਾ ਵੀ ਇਹ ਲਾਈਕ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਮੂਵ ਹੈ, ਜੇ ਠੀਕ ਬੈਠ ਗਿਆ, ਜੇ ਪੋਲੀਟੀਕਲ ਮੂਵ ਕਹਿ ਸਕਦੇ ਹਾਂ ਇਸਨੂੰ ਕਿਸਾਨਾਂ ਦਾ, ਬਟ ਕਿਸਾਨਾਂ ਦਾ ਸੜਕਾਂ ਤੇ ਹੋਣਾ ਹੁਣ ਕਿੰਨਾ ਕੁ ਵੈਲਿਡਿਟੀ ਤੁਸੀਂ ਦੇਖਦੇ ਹੋ ਉਸ ਚੀਜ਼ ਨੂੰ? ਉਹ ਕੋਈ ਚੋਇਸ ਨਹੀਂ ਜੀ ਕਿਸਾਨਾਂ ਕੋਲ। ਦੇਖੋ ਹੁਣ ਇਹ ਹੈਗਾ ਬੜਾ ਡਿਫਿਕਲਟ ਆ, ਹੁਣ ਗਰਮੀ ਵੀ ਆ ਰਹੀ ਆ ਔਰ ਉਹਨਾਂ ਨੂੰ ਬਹੁਤ ਚਿਰ ਹੋ ਗਿਆ ਬੈਠਿਆਂ ਨੂੰ, ਪਰ ਜੇ ਹੁਣ ਇਸ ਤਰੀਕੇ ਨਾਲ ਜੇ ਚੱਲ ਜਾਂਦੇ ਨੇ ਤੇ ਫਿਰ ਤਾਂ ਪੁੱਛਣਾ ਹੀ ਨਹੀਂ ਕਿਸੇ ਨੇ। ਸੋ ਉਹਨਾਂ ਨੇ ਪਲਾਨਿੰਗ ਸ਼ੁਰੂ ਕੀਤੀ ਹੋਈ ਆ ਰੈਗੂਲਰਲੀ ਕਿ ਉੱਥੋਂ ਪੰਜਾਬ ਤੋਂ ਜਾਂ ਹੋਰ ਸਟੇਟਸ ਤੋਂ ਜਿੱਥੇ ਵੀ ਨੇ ਵੀ ਉਹ ਵਾਰੋ ਵਾਰੀ ਆ ਕੇ ਜਿਹੜੀਆਂ ਆਪਦੀਆਂ ਡਿਊਟੀਆਂ ਦਿੰਦੇ ਨੇ ਉੱਥੇ। ਪਰ ਜਿਹੜਾ ਕੁਛ ਜਿਹੜੇ ਹੁਣ ਨੌਜਵਾਨ ਨੇ ਉਹਨਾਂ ਨੂੰ ਵੀ ਇਨਵਾਈਟ ਕਰਕੇ ਉਹਨਾਂ ਦੇ ਨਾਲ ਜਿਹੜੀ ਰੀਕਨਸੀਲੀਏਸ਼ਨ ਦੀ ਜਿਹੜੀ ਪ੍ਰੋਸੈਸ ਆ, ਉਹ ਭਾਈ ਗੁਰਦੀਪ ਸਿੰਘ ਡੱਬਾ ਨੇ ਜਿਹੜੇ ਨਵਨੀਤ ਦੇ ਦਾਦਾ ਜੀ ਨੇ, ਜਿਨ੍ਹਾਂ ਨੇ ਕਿ ਬਹੁਤ ਪੋਜ਼ਿਟਿਵ ਰੋਲ ਨਿਭਾਇਆ ਪਿਛਲੇ ਸਮੇਂ ਦੇ ਵਿੱਚ, ਉਹਨਾਂ ਦੀ ਕੋਸ਼ਿਸ਼ ਆ ਕਿ ਜਿਹੜੀ ਨੌਜਵਾਨ ਬਲੱਡ ਆ ਉਹਨੂੰ ਦੁਬਾਰਾ ਇਨਫਿਊਜ਼ ਕੀਤਾ ਜਾਵੇ ਮੋਰਚੇ ਵਿੱਚ। ਸੋ ਇਸ ਕਿਸਮ ਦੀਆਂ ਕੋਸ਼ਿਸ਼ਾਂ ਜਾਰੀ ਨੇ ਤਾਂ ਕਿ ਜਿਹੜਾ ਮੋਰਚਾ ਆ ਉਹ ਲੱਗਾ ਰਹੇ ਜਿੰਨਾ ਚਿਰ ਜਿਹੜੇ ਕਿਸਾਨਾਂ ਦੀ ਜਿਹੜਾ ਇਹ ਬਿੱਲ ਵਾਪਸ ਨਹੀਂ ਹੁੰਦੇ ਔਰ MSP ਆ ਜਿਹੜੀ ਉਹਦਾ ਕਾਨੂੰਨ ਨਹੀਂ ਬਣਦਾ। ਸੋ ਦੇ ਆਰ ਟਰਾਈਂਗ देयर ਬੈਸਟ। ਸ਼ੋਰ। ਇੱਕ ਚੀਜ਼ ਸਾਨੂੰ ਡਿਸਕਸ ਕਰਨੀ ਬਹੁਤ ਇੰਪੋਰਟੈਂਟ ਹੈ, ਜਿੱਥੇ ਅਸੀਂ ਕਿਸਾਨ ਮੋਰਚੇ ਦੇ ਬਾਰੇ ਕਵਰ ਕੀਤਾ, ਤੁਸੀਂ ਅਪਡੇਟਸ ਦਿੱਤੀਆਂ। ਇੱਕ ਅਪਡੇਟ ਸਾਨੂੰ ਜ਼ਰੂਰ ਚਾਹੀਦੀ ਹੈ, ਉਹ ਅਮਰੀਕਾ ਦੇ ਜਿਹੜਾ ਸਟਿਮੂਲਸ ਪੈਕੇਜ ਜਿਹੜਾ ਆਲਮੋਸਟ ਹੁਣ ਪਾਸ ਹੋ ਗਿਆ, ਬਸ ਹੁਣ ਜਿਹੜਾ ਕੱਲ ਮੇਰੇ ਖਿਆਲ ਜਦੋਂ ਸਾਡਾ ਸ਼ੋਅ ਏਅਰ ਹੋਊਗਾ ਉਦੋਂ ਤੱਕ ਅਪਰੂਵਲ ਆ ਜਾਏਗਾ। 1.9 ਟ੍ਰਿਲੀਅਨ ਜਿਹੜਾ ਡਾਲਰਸ ਦਾ ਸਟਿਮੂਲਸ ਪੈਕੇਜ ਹੈ, ਉਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ, ਬਿਕੋਜ਼ ਬਹੁਤ ਸਾਰੇ ਵਿਊਅਰਸ ਸਾਡੇ ਜਿਹੜੇ ਇਸ ਵੇਲੇ ਸਾਨੂੰ ਦੇਖ ਰਹੇ ਹੋਣਗੇ, ਕਈਆਂ ਨੂੰ ਆਸ ਹੋਊਗੀ ਔਰ ਉਹ ਜਾਣਨਾ ਚਾਹੁੰਦੇ ਨੇ ਵੀ ਸਟਿਮੂਲਸ ਪੈਕੇਜ ਕਿੰਨਾ ਕੁ ਉਹਨਾਂ ਦੇ ਆਊਗਾ ਐਂਡ ਵਾਟ ਇਜ਼ ਦ ਰੈਲੇਵੈਂਸ, ਔਰ ਕਿਸ ਤਰ੍ਹਾਂ ਇਸ ਨੂੰ ਸੈਨੇਟ ਦੇ ਵਿੱਚ ਪਾਸ ਕੀਤਾ ਜਾਏਗਾ। ਹਾਂਜੀ, ਦੇਖੋ ਸੈਨੇਟ ਚੋਂ ਪਾਸ ਹੋ ਗਿਆ, ਹਾਊਸ ਚੋਂ ਪਹਿਲਾਂ ਪਾਸ ਹੋ ਗਿਆ ਸੀ, ਸੈਨੇਟ ਚ ਪਾਸ ਹੋ ਗਿਆ। ਹੁਣ ਦੁਬਾਰਾ ਉਹਨਾਂ ਨੇ ਹਾਊਸ ਦੇ ਵਿੱਚ ਭੇਜਿਆ ਹੈ ਕਿਉਂਕਿ ਉਹ 'ਚ ਕੁਝ ਸੈਨੇਟ ਨੇ ਚੇਂਜਸ ਕੀਤੀਆਂ ਨੇ, ਜਿਵੇਂ ਇੱਕ $15 ਮਿਨੀਮਮ ਵੇਜ ਦਾ ਉਹਦੇ ਵਿੱਚ ਆਪਸ਼ਨ ਸੀਗੀ, ਉਹ ਸੈਨੇਟ ਨੇ ਰਿਮੂਵ ਕੀਤੀ ਹੈ। ਫਿਰ ਜਿਹੜਾ $400 ਦੇਣਾ ਸੀ ਉਹਨਾਂ ਨੇ ਅਨਐਮਪਲੋਇਮੈਂਟ ਉਹਨੂੰ ਘੱਟ ਕੇ $300 ਕੀਤਾ ਆ। ਉਹ ਜਿਹੜਾ ਵਨ ਟਾਈਮ ਪੇਮੈਂਟਸ ਹੈਗੀਆਂ ਨੇ ਉਹ $1400 ਆ ਹੁਣ ਫਾਈਨਲ ਹੋਈ, ਜਿਹੜੀ ਕਿ ਹਰ ਇੱਕ ਨੂੰ ਜਿਨ੍ਹਾਂ ਦੀ 75,000 ਤੋਂ ਘੱਟ ਇਨਕਮ ਆ US ਦੇ ਵਿੱਚ ਉਹਨਾਂ ਨੂੰ $1400 ਦਾ ਚੈੱਕ ਆ ਜਾਏਗਾ ਬਾਈ ਦਾ ਐਂਡ ਆਫ ਦਿਸ ਮੰਥ। ਸੋ ਇਹ ਉਹਦੀਆਂ ਮੇਨ ਮੱਦਾਂ ਹੈਗੀਆਂ ਨੇ ਜੀ ਜਿਹੜੀਆਂ ਹੈਗੀਆਂ ਨੇ ਨਾ। ਬਾਕੀ ਓਵਰਆਲ ਇਹ ਆ ਕਿ ਜਿਹੜੀ ਇਕਾਨਮੀ ਹੁਣ ਸਟਾਲ ਹੋਈ ਪਈ ਆ, ਖੜੋਤ ਆਈ ਪਈ ਆ, ਉਹਦੇ ਵਿੱਚ ਕੈਸ਼ ਜਿਹੜਾ ਆ ਵੱਧ ਤੋਂ ਵੱਧ ਮਨੀ ਸਿੱਟੀ ਜਾਵੇ। ਇਹ ਬਾਈਡਨ ਗਵਰਨਮੈਂਟ ਨੇ ਪ੍ਰੋਮਿਸ ਕੀਤਾ ਸੀ, ਸੋ ਉਹਨਾਂ ਨੇ ਡਿਲੀਵਰ ਕਰ ਦਿੱਤਾ ਆ ਆਪਣੇ ਪਹਿਲੇ ਵਿਦਨ 2 ਮੰਥਸ। ਸੋ ਇਟਸ ਅ ਗੁੱਡ ਬਿਗ ਅਚੀਵਮੈਂਟ ਫਾਰ them। ਸੋ ਆਈ ਹੋਪ ਕਿ ਜਦੋਂ ਲੋਕਾਂ ਦੇ ਕੋਲੇ ਪੈਸੇ ਆਉਣਗੇ, ਪਲੱਸ ਜਿਹੜੀ ਵੈਕਸੀਨਸ ਨੇ ਜਿਹੜੇ ਉਹ ਬੜੀ ਜੰਗੀ ਪੱਧਰ ਤੇ ਲਾਏ ਜਾ ਰਹੇ ਨੇ,
ਨਵੇਂ ਪੈਸੇ ਆਉਣ ਨਾਲ ਫੈਡਰਲ ਗੌਰਮੈਂਟ ਨੂੰ ਜਿਹੜੀ ਪ੍ਰੋਸੈਸ ਆ ਵੀ ਫਾਸਟ ਹੋ ਜਾਏਗੀ, ਕਿਉਂਕਿ ਜਿਹੜਾ ਪੈਸੇ ਦੇ ਨਾਲ ਸਾਰਾ ਕੁਝ ਮੂਵ ਹੁੰਦਾ ਹੈ। ਸੋ ਮੈਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੈਕਸੀਨ ਲੱਗ ਕੇ ਲੋਕ ਆ ਜਿਹੜੇ ਉਹ ਫ੍ਰੀ ਹੋ ਜਾਣਗੇ ਕੋਵਿਡ ਤੋਂ, ਉਸ ਦੇ ਨਾਲ ਹੀ ਜਿਹੜਾ ਪੈਸਾ ਲੋਕਾਂ ਦੇ ਕੋਲੇ ਆਉਣਾ ਆ ਉਹਨਾਂ ਦੇ ਬੈਂਕਾਂ ਦੇ ਵਿੱਚ ਗੌਰਮੈਂਟ ਵੱਲੋਂ, ਉਹਦੇ ਨਾਲ ਉਹਦੀ ਸਪੈਂਡਿੰਗ ਪਾਵਰ ਬਣੂਗੀ, ਜਿਹੜੀ ਮਾਰਕੀਟ ਆ ਉਹ ਦੁਬਾਰੇ ਗਰਮ ਹੋਊਗੀ, ਔਰ ਜਿਹੜੀ ਇਕਨੋਮੀ ਆ ਇਟ ਵਿਲ ਬੀ ਬੈਕ ਔਨ ਟਰੈਕ ਹੋਪਫੁਲੀ ਬਾਈ ਦ ਐਂਡ ਆਫ ਈਅਰ। ਰਾਈਟ। ਸੋ ਤੁਸੀਂ ਇਸ ਚੀਜ਼ ਨੂੰ ਔਰ ਇਸ ਡਾਇਰੈਕਸ਼ਨ ਨੂੰ ਦੇਖਦੇ ਆ ਕਿ ਹੁਣ ਜਿਹੜੀ ਇਕਨੋਮੀ ਤੁਸੀਂ ਕਿਹਾ ਖੜੋਤ ਦੇ ਵਿੱਚ ਆਈ ਹੋਈ ਹੈ, ਬਟ ਇਹ ਕਾਫੀ ਟਾਈਮ ਤੋਂ ਸਟਾਲ ਵੀ ਹੁੰਦਾ ਆ ਰਿਹਾ, ਰਾਈਟ? ਕਾਫੀ ਟਾਈਮ ਤੋਂ ਹੁਣ ਤਾਂ ਨਹੀਂ ਕੋਈ ਡਿਲੇ ਦੇ ਚਾਂਸਸ, ਬਿਕੋਜ਼ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਦੇ ਵਿੱਚ ਕਈ ਕਿੰਤੂ ਪਰੰਤੂ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਡੂ ਯੂ ਥਿੰਕ ਕਿ ਹੁਣ ਵੀ ਕੋਈ ਚੇਂਜਸ ਹੋ ਸਕਦੇ? ਨਹੀਂ, ਹੁਣ ਨਹੀਂ। ਦੇਖੋ ਦੇਖੋ ਜਿਹੜੀ ਡੈਮੋਕ੍ਰੇਸੀ ਹੈ ਨਾ, ਇਹਦੇ ਜਿੱਥੇ ਬਹੁਤ ਸਾਰੀ ਚੰਗੀ ਗੱਲਾਂ ਨੇ ਕਿ ਹਰ ਇੱਕ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਆ, ਹਰ ਇੱਕ ਜਿਹੜਾ ਕਾਂਗਰਸਮੈਨ ਆ, ਸੈਨੇਟਰ ਆ, ਉਹਦੇ ਕੋਲ ਸੋ ਮਚ ਰਾਈਟਸ ਨੇ। ਇਹਦੇ ਵਿੱਚ ਇਹ ਤਾਂ ਹੈ ਨਹੀਂ ਵੀ ਮੋਦੀ ਸਾਹਿਬ ਨੇ ਕਹਿ ਦਿੱਤਾ ਤਾਂ ਸਾਰਿਆਂ ਨੇ ਯੈਸ ਯੈਸ ਕਰ ਦੇਣਾ। ਹੁਣ ਜਿਹੜੇ ਪਰਫੈਕਟ ਐਗਜ਼ਾਮਪਲ ਕਿ ਸੈਨੇਟ ਦਾ ਇੱਕ ਡੈਮੋਕ੍ਰੇਟ ਜਿਹਦੀ ਕਿ ਵੋਟ ਬਹੁਤ ਜ਼ਰੂਰੀ ਸੀਗੀ ਵੈਸਟ ਵਰਜੀਨੀਆ ਤੋਂ, ਜੋ ਮੁਨਸ਼ਨ ਸੀਗੇ ਜਿਹੜੇ, ਉਹਨੇ 10 ਘੰਟੇ ਜਿਹੜਾ ਬਿੱਲ ਅਸੀਂ ਰੋਕੀ ਰੱਖਿਆ, ਉਹਦੀਆਂ ਮਿੰਨਤਾਂ ਮੁੱਦਾਂ ਕੀਤੀਆਂ ਵੀ ਬਾਬਾ ਮੰਨ ਜਾ ਤੂੰ। ਫਾਈਨਲੀ ਉਹ ਕਹਿੰਦਾ ਸੀਗਾ ਵੀ 400 ਜਿਹੜੀ ਅਨਪਲੋਇਮੈਂਟ ਟੂ ਮਚ ਆ 300 ਕਰੋ, ਉਹ 300 ਕਰਾ ਕੇ ਹਟਿਆ। So that's the strength of lawmakers. Correct. That's good for democracy. Absolutely. Absolutely. Yadvinder ji, ਧੰਨਵਾਦ। ਤੁਸੀਂ ਹਮੇਸ਼ਾ you give a lot of insights into a lot of topics and that definitely helps. ਮੇਰੇ ਖਿਆਲ ਬਹੁਤ ਸਾਰੇ viewers ਨੇ ਵੀ ਸਾਨੂੰ ਇਹ ਗੱਲ ਕਹੀ ਹੈ। ਪਲੀਜ਼ ਆਪਣਾ ਫੀਡਬੈਕ ਔਰ ਸੁਜੈਸ਼ਨਸ ਜ਼ਰੂਰ ਦਿੰਦੇ ਰਹੋ, ਔਰ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਇਹ ਐਪੀਸੋਡ ਜ਼ਰੂਰ ਪਸੰਦ ਆਇਆ ਹੋਵੇਗਾ। ਇੱਕ ਵਾਰੀ ਫੇਰ ਸਾਰਿਆਂ ਨੂੰ ਇੰਟਰਨੈਸ਼ਨਲ ਵਿਮਨਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ, ਔਰ ਉਮੀਦ ਕਰਦੇ ਹਾਂ ਕਿ ਇਸ ਇੰਟਰਨੈਸ਼ਨਲ ਵਿਮਨਸ ਡੇ ਦੇ ਉੱਤੇ ਅਸੀਂ ਰਿਅਲਾਈਜ਼ ਕਰੀਏ ਐਜ਼ ਅ ਕਮਿਊਨਿਟੀ ਕਿ ਸਾਨੂੰ ਔਰਤਾਂ ਦੀ ਜਿਹੜੀ ਪੋਜੀਸ਼ਨ ਹੈ ਔਰ ਔਰਤਾਂ ਦੇ ਲਈ ਔਰ ਔਰਤਾਂ ਨੂੰ ਆਪ ਨੂੰ ਵੀ ਇਸ ਵੇਲੇ ਰੈਕਗਨਾਈਜ਼ ਕਰਨ ਦੀ ਜ਼ਰੂਰਤ ਹੈ, ਆਪਣੀ ਸੈਲਫ ਵਰਥ, ਐਂਡ ਦੇਰ ਇਜ਼ ਨੋ ਨੀਡ ਟੂ ਕੀਪ ਐਨੀ ਸੈਲਫ ਡਾਊਟ, ਵੀ ਆਲ ਆਰ ਵਰਥ ਇਟ। ਸੋ ਇਸ ਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।